ਅੱਜ ਅਸੀਂ 9ਵੀਂ ਜਮਾਤ ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਕਰਨ ਜਾ ਰਹੇ ਹਾਂ, ਜਿਸ ਨੂੰ ਧਕੇਲ ਬਲ ਕਹਿੰਦੇ ਨੇ। ਆਓ ਅਸੀਂ ਧਕੇਲ ਬਲ ਬਾਰੇ ਜਾਣਦੇ ਹਾਂ। ਮੰਨ ਲਓ ਸਾਡੇ ਕੋਲ ਇੱਕ ਲੱਕੜ ਦਾ ਬਲੋਕ ਹੈ, ਜਾਂ ਆਪਾਂ ਇੱਕ ਲੱਕੜ ਦਾ ਬਲੋਕ ਲਿਆ। ਇਸ ਲੱਕੜ ਦੇ ਬਲੋਕ ਦੇ ਵਿੱਚ ਆਪਾਂ ਇੱਕ ਲੋਹੇ ਦੀ ਕਿੱਲ ਠੋਕਣੀ ਹੈ। ਹੁਣ ਇਹ ਲੋਹੇ ਦੀ ਕਿੱਲ ਠੋਕਣ ਵਾਸਤੇ ਸਾਡੇ ਕੋਲ ਤਿੰਨ ਸਿਚੁਏਸ਼ਨਸ ਨੇ। ਅਸੀਂ ਇਹ ਲੋਹੇ ਦੀ ਕਿੱਲ ਇਸ ਤਰ੍ਹਾਂ ਵੀ ਠੋਕ ਸਕਦੇ ਹਾਂ ਇਸ ਲੱਕੜ ਦੇ ਬਲੋਕ 'ਚ। ਹੁਣ ਜਦੋਂ ਇਸ ਤਰ੍ਹਾਂ ਅਸੀਂ ਲੱਕੜ ਦੇ ਬਲੋਕ 'ਚ ਕਿੱਲ ਠੋਕਾਂਗੇ, ਸਾਨੂੰ ਬਲ ਇਸ ਦਿਸ਼ਾ 'ਚ ਲਗਾਉਣਾ ਪਏਗਾ। ਹੁਣ ਜਿਹੜਾ ਬਲ ਹੈ ਇਹ ਇੱਕ ਐਂਗਲ ਤੇ ਲੱਗ ਰਿਹਾ ਹੈ ਲੱਕੜ ਦੇ ਬਲੋਕ ਦੇ ਸਰਫੇਸ ਤੇ। ਦੂਸਰਾ ਕੇਸ, ਜੇਕਰ ਅਸੀਂ ਇਸ ਪਾਸੇ ਤੋਂ ਲੱਕੜ ਦੀ ਕਿੱਲ ਠੋਕਦੇ ਹਾਂ, ਲੱਕੜ ਦੇ ਬਲੋਕ ਦੇ ਵਿੱਚ ਲੋਹੇ ਦੀ ਕਿੱਲ ਠੋਕਦੇ ਹਾਂ, ਜਿਹੜਾ ਬਲ ਹੈ ਇਹ ਸਾਨੂੰ ਇਸ ਰਸਤੇ ਤੋਂ ਲਗਾਉਣਾ ਪਏਗਾ। ਹੁਣ ਇਹਨਾਂ ਦੋਨਾਂ ਇਸ ਕੇਸ ਦੇ ਵਿੱਚ ਕੀ ਹੋ ਰਿਹਾ ਹੈ ਕਿ ਜਿਹੜਾ ਬਲ ਹੈ ਉਹ ਇੱਕ ਐਂਗਲ ਤੇ ਲੱਗ ਰਿਹਾ ਹੈ। ਤੀਸਰਾ ਕੇਸ, ਜੇਕਰ ਅਸੀਂ ਇਸ ਲੱਕੜ ਦੇ ਬਲੋਕ ਦੇ ਵਿੱਚ ਅਸੀਂ ਕਿੱਲ ਇਸ ਸਾਈਡ ਤੋਂ ਠੋਕ ਰਹੇ ਹਾਂ, ਇੱਥੇ ਜਿਹੜਾ ਬਲ ਲੱਗ ਰਿਹਾ ਹੈ ਉਹ ਲੱਕੜ ਦੇ ਬਲਾਕ ਦੇ ਸਰਫੇਸ ਤੇ 90 ਡਿਗਰੀ ਤੇ ਲੱਗ ਰਿਹਾ। ਦੇਖੋ ਪਹਿਲਾ ਕੇਸ ਇਹ ਸੀ, ਇੱਥੇ ਵੀ ਬਲ ਇੱਕ ਐਂਗਲ ਤੇ ਲੱਗ ਰਿਹਾ ਹੈ। ਦੂਸਰੇ ਕੇਸ ਦੇ ਵਿੱਚ ਵੀ ਬਲ ਇੱਕ ਐਂਗਲ ਤੇ ਲੱਗ ਰਿਹਾ ਹੈ। ਤੀਸਰਾ ਕੇਸ, ਜਦੋਂ ਅਸੀਂ ਕਿੱਲ ਨੂੰ ਇਸ ਤਰ੍ਹਾਂ ਲੱਕੜ ਦੇ ਬਲੋਕ ਦੇ ਵਿੱਚ ਠੋਕਣਾ ਚਾਹੁੰਦੇ ਹਾਂ ਤਾਂ ਕੀ ਹੋਏਗਾ ਕਿ ਜਿਹੜਾ ਬਲ ਹੈ ਉਸ ਦੀ ਦਿਸ਼ਾ ਲੱਕੜ ਦੇ ਬਲਾਕ ਦੇ ਸਰਫੇਸ ਤੇ ਕੀ ਹੋਏਗੀ, ਪਰਪੈਂਡੀਕੂਲਰ 90 ਡਿਗਰੀ ਲੰਬਾਤਮਕ ਹੋਏਗੀ। ਤੇ ਇਸ ਲਈ ਜਦੋਂ ਵੀ ਕੋਈ ਬਲ ਕਿਸੇ ਸਰਫੇਸ ਤੇ ਪਰਪੈਂਡੀਕੂਲਰ ਲੱਗਦਾ ਹੈ ਜਾਂ 90 ਡਿਗਰੀ ਤੇ ਲੱਗਦਾ ਹੈ, ਉਸ ਨੂੰ ਧਕੇਲ ਬਲ ਕਹਿੰਦੇ ਨੇ। ਆਓ ਇਸ ਦੀ ਪਰਿਭਾਸ਼ਾ ਜਾਣਦੇ ਹਾਂ। ਤੁਹਾਨੂੰ ਸਮਝ ਤਾਂ ਲੱਗ ਗਈ ਹੋਏਗੀ। ਕਿਸੇ ਵਸਤੂ ਦੀ ਸਤ੍ਹਾ ਦੇ ਲੰਬ ਰੂਪ ਵਿੱਚ ਕਿਰਿਆ ਕਰ ਰਹੇ ਬਲ ਨੂੰ ਧਕੇਲ ਬਲ ਜਾਂ ਥਰਸਟ ਕਹਿੰਦੇ ਆ। ਮੇਰੇ ਬੱਚਿਓ ਹਮੇਸ਼ਾ ਯਾਦ ਰੱਖਣਾ ਹੈ, ਜਦੋਂ ਵੀ ਕਿਸੇ ਸਰਫੇਸ ਤੇ ਜਿਹੜਾ ਬਲ ਲੱਗ ਰਿਹਾ ਹੋਵੇਗਾ, ਜੇਕਰ ਉਹ ਬਲ ਪਰਪੈਂਡੀਕੂਲਰ ਲੱਗ ਰਿਹਾ ਹੈ ਤੇ ਅਸੀਂ ਉਸ ਬਲ ਨੂੰ ਕੀ ਕਹਾਂਗੇ, ਧਕੇਲ ਬਲ। ਹੁਣ ਅਸੀਂ ਇੱਕ ਹੋਰ ਸਿਚੁਏਸ਼ਨ ਲੈਂਦੇ ਹਾਂ। ਜਿਵੇਂ ਕਿ ਤੁਸੀਂ ਚਿੱਤਰ 'ਚ ਦੇਖ ਰਹੇ ਹੋ, ਇੱਥੇ ਇੱਕ ਵਿਅਕਤੀ ਹੈ, ਇਹ ਨੀਚੇ ਰੇਤ ਹੈ, ਇਹ ਰੇਤ ਦੇ ਉੱਪਰ ਖੜਾ ਹੈ। ਹੁਣ ਦੇਖੋ ਜਦੋਂ ਇਹ ਰੇਤ ਤੇ ਖੜਾ ਹੈ ਤੇ ਇਸ ਦੇ ਜਿਹੜਾ ਸਰੀਰ ਦਾ ਜਿੰਨਾ ਭਾਰ ਹੈ ਉਹ ਕਿੱਧਰ ਨੂੰ ਹੈ, ਨੀਚੇ ਵਾਲੇ ਪਾਸੇ। ਇਧਰ ਭਾਰ ਕਿੰਨਾ ਲੱਗ ਰਿਹਾ, mg। ਹੁਣ ਇਹਦਾ ਜਿਹੜਾ ਭਾਰ ਹੈ ਉਹ ਨੀਚੋਂ ਲੱਗ ਰਿਹਾ, ਮਤਲਬ ਕਿ ਥਰਸਟ ਨੀਚੇ ਨੂੰ ਹੈ। ਦੂਸਰੇ ਕੇਸ 'ਚ ਇਹ ਵਿਅਕਤੀ ਜਦੋਂ ਲੇਟਿਆ ਹੋਇਆ ਹੈ, ਉਹੀ ਸੇਮ ਵਿਅਕਤੀ ਹੈ, ਇਹ ਲੇਟਿਆ ਹੋਇਆ ਹੈ, ਇੱਥੇ ਵੀ ਜਿਹੜਾ ਇਹਦਾ ਭਾਰ ਹੈ ਉਹ ਨੀਚੇ ਨੂੰ mg ਨੀਚੇ ਨੂੰ ਲੱਗ ਰਿਹਾ। ਹੁਣ ਦੋਨਾਂ ਕੇਸ ਦੇ ਵਿੱਚ ਜਿਹੜਾ ਭਾਰ ਹੈ, ਭਾਰ ਕੀ ਹੈ, ਇੱਕ ਤਰ੍ਹਾਂ ਦਾ ਬਲ ਹੈ। ਜਿਹੜਾ ਬਲ ਧਰਤੀ ਇਸ ਨੂੰ ਆਪਦੇ ਵੱਲ ਖਿੱਚਣ ਤੇ ਲਗਾਉਂਦੀ ਹੈ, ਉਸ ਬਲ ਨੂੰ ਕੀ ਕਿਹਾ ਜਾਂਦਾ, ਭਾਰ। ਹੁਣ ਜਿਹੜਾ ਭਾਰ ਹੈ ਦੋਨਾਂ ਦਿਸ਼ਾ 'ਚ ਭਾਰ ਦੀ ਦਿਸ਼ਾ ਸੇਮ ਹੈ ਅਤੇ ਭਾਰ ਦੀ ਜਿਹੜੀ ਕੁਆਂਟੀਟੀ ਹੈ ਉਹ ਵੀ ਇੱਕੋ ਜਿੰਨੀ ਹੈ। ਪਰ ਇਸ ਕੇਸ ਦੇ ਵਿੱਚ, ਪਹਿਲੇ ਕੇਸ ਦੇ ਵਿੱਚ ਜਿਹੜੇ ਵਿਅਕਤੀ ਹੈ ਇਸ ਦੇ ਜਿਹੜੇ ਪੈਰ ਨੇ ਇਹ ਰੇਤ ਦੇ ਵਿੱਚ ਧਸ ਚੁੱਕੇ ਨੇ, ਇਸ ਦੇ ਪੈਰ ਰੇਤ ਵਿੱਚ ਧਸ ਗਏ ਨੇ। ਦੂਸਰੇ ਕੇਸ ਦੇ ਵਿੱਚ ਇਸ ਦਾ ਸਰੀਰ ਰੇਤ ਵਿੱਚ ਨਹੀਂ ਧਸਿਆ। ਹੁਣ ਦੋਨਾਂ ਕੇਸ ਦੇ ਵਿੱਚ ਕੀ ਹੋ ਰਿਹਾ ਕਿ ਜਿਹੜਾ ਬਲ ਹੈ ਉਹ ਤਾਂ ਬਰਾਬਰ ਲੱਗ ਰਿਹਾ, ਪਰ ਇਹਨਾਂ ਦਾ ਪ੍ਰਭਾਵ ਵੱਖ-ਵੱਖ ਹੈ। ਇਸ ਪਹਿਲੇ ਕੇਸ ਦੇ ਵਿੱਚ ਇਸ ਬਲ ਦਾ ਪ੍ਰਭਾਵ ਜ਼ਿਆਦਾ ਹੈ ਤੇ ਦੂਸਰੇ ਕੇਸ ਦੇ ਵਿੱਚ ਇਸ ਬਲ ਦਾ ਪ੍ਰਭਾਵ ਬਹੁਤ ਹੀ ਘੱਟ ਹੈ ਜਾਂ ਨਾ ਮਾਤਰ ਹੈ। ਹੁਣ ਇਹ ਪ੍ਰਭਾਵ ਹੈਗਾ ਕੀ ਹੈ? ਹੁਣ ਦੇਖੋ ਪਹਿਲੇ ਕੇਸ ਦੇ ਵਿੱਚ ਸਿਰਫ ਵਿਅਕਤੀ ਦੇ ਪੈਰ ਹੀ ਜ਼ਮੀਨ ਦੇ ਸੰਪਰਕ 'ਚ ਨੇ ਤੇ ਦੂਸਰੇ ਕੇਸ ਦੇ ਵਿੱਚ ਇਸ ਵਿਅਕਤੀ ਦਾ ਪੂਰਾ ਸਰੀਰ ਇਸ ਰੇਤ ਦੇ ਸੰਪਰਕ ਵਿੱਚ ਹੈ। ਦੂਸਰੇ ਕੇਸ ਦੇ ਵਿੱਚ ਇਹ ਬਲ, ਇਹ ਭਾਰ ਵੱਧ ਖੇਤਰਫਲ ਤੇ ਲੱਗ ਰਿਹਾ ਹੈ ਤੇ ਪਹਿਲੇ ਕੇਸ ਦੇ ਵਿੱਚ ਇਹ ਜਿਹੜਾ ਬਲ ਹੈ ਉਹ ਘੱਟ ਖੇਤਰਫਲ ਤੇ ਲੱਗ ਰਿਹਾ। ਇਸ ਲਈ ਇਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਹੈ ਇਸ ਨੂੰ ਅਸੀਂ ਕੀ ਕਹਿੰਦੇ ਹਾਂ, ਦਬਾਅ। ਦਬਾਅ ਕੀ ਹੁੰਦਾ ਹੈ, ਇਕਾਈ ਖੇਤਰਫਲ ਤੇ ਲੱਗ ਰਿਹਾ ਧਕੇਲ ਬਲ ਨੂੰ ਦਬਾਅ ਕਹਿੰਦੇ ਨੇ। ਦਬਾਅ ਨੂੰ ਅਸੀਂ ਧਕੇਲ ਬਲ ਅਤੇ ਖੇਤਰਫਲ ਦੇ ਅਨੁਪਾਤ ਦੇ ਰੂਪ ਵਿੱਚ ਲਿਖ ਸਕਦੇ ਹਾਂ। ਕਿਵੇਂ? ਦੋਨਾਂ ਕੇਸ ਦੇ ਵਿੱਚ ਕੀ ਹੋ ਰਿਹਾ ਕਿ ਜਿਹੜਾ ਆਪਣੇ ਕੋਲ ਜਿਹੜਾ ਖੇਤਰਫਲ ਹੈ ਉਹ ਵਧਣ ਨਾਲ ਬਲ ਦਾ ਪ੍ਰਭਾਵ ਘਟ ਰਿਹਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਬਲ ਹੈ ਉਹ ਖੇਤਰਫਲ ਦੇ ਉਲਟ ਅਨੁਪਾਤੀ ਹੈ। ਖੇਤਰਫਲ ਦੇ ਕੀ ਹੈ, ਉਲਟ ਅਨੁਪਾਤੀ। ਖੇਤਰਫਲ ਨੂੰ A ਨਾਲ ਲਿਖਿਆ ਜਾਂਦਾ, ਦਬਾਅ ਨੂੰ P ਨਾਲ, ਇੰਗਲਿਸ਼ ਨੂੰ ਪ੍ਰੈਸ਼ਰ ਕਿਹਾ ਜਾਂਦਾ। ਇਸ ਕਰਕੇ ਅਸੀਂ ਫਿਰ ਪ੍ਰੈਸ਼ਰ ਦਾ ਫਾਰਮੂਲਾ ਕੀ ਬਣਾ ਸਕਦੇ ਹਾਂ, P ਬਰਾਬਰ ਹੈ ਸਾਡੇ ਕੋਲ F
ਬਟਾ A। F ਬਲ ਦਾ ਸੰਕੇਤ ਹੈ ਅਤੇ A ਖੇਤਰਫਲ। ਖੇਤਰਫਲ ਨੂੰ ਏਰੀਆ ਕਿਹਾ ਜਾਂਦਾ ਹੈ ਤੇ ਬਲ ਨੂੰ ਫੋਰਸ। ਇਸੇ ਤਰ੍ਹਾਂ ਅਸੀਂ ਦਬਾਅ ਦੀ SI ਇਕਾਈ ਵੀ ਪ੍ਰਾਪਤ ਕਰ ਸਕਦੇ ਹਾਂ, ਜਿਵੇਂ ਕਿ ਸਾਨੂੰ ਪਤਾ ਹੈ ਬਲ ਦੀ ਇਕਾਈ ਨਿਊਟਨ ਹੁੰਦੀ ਹੈ ਅਤੇ ਖੇਤਰਫਲ ਦੀ ਇਕਾਈ ਹੁੰਦੀ ਹੈ ਮੀਟਰ ਸਕੁਅਰ। ਇਸ ਤਰ੍ਹਾਂ ਸਾਡੇ ਕੋਲ ਇਕਾਈ ਬਣੀ ਨਿਊਟਨ ਪ੍ਰਤੀ ਵਰਗ ਮੀਟਰ, ਜਾਂ ਫਿਰ ਇਸ ਨੂੰ ਅਸੀਂ ਨਿਊਟਨ ਪ੍ਰਤੀ ਵਰਗ ਮੀਟਰ ਲਿਖ ਸਕਦੇ ਹਾਂ। ਪਿਆਰੇ ਬੱਚੇ, ਹੁਣ ਅਸੀਂ ਜਾਣਦੇ ਹਾਂ ਕਿ ਜਦੋਂ ਕੋਈ ਬਲ ਘੱਟ ਖੇਤਰਫਲ ਤੇ ਕਿਰਿਆ ਕਰਦਾ ਹੈ ਤਾਂ ਜ਼ਿਆਦਾ ਦਬਾਅ ਪੈਦਾ ਹੁੰਦਾ ਹੈ, ਅਤੇ ਜਦੋਂ ਵੱਡੇ ਖੇਤਰਫਲ ਤੇ ਕਿਰਿਆ ਕਰਦਾ ਹੈ ਤਾਂ ਘੱਟ ਦਾਬ ਲਗਾਉਂਦਾ ਹੈ। ਹੁਣ ਕੋਈ ਬਲ ਹੈ, ਮਤਲਬ ਇੱਕ ਬਲ ਹੈ, ਜਿਵੇਂ ਕਿ ਅਸੀਂ ਪਹਿਲਾਂ ਉਦਾਹਰਨ ਲੈ ਚੁੱਕੇ ਹਾਂ ਇੱਕ ਵਿਅਕਤੀ ਦੀ, ਜਦੋਂ ਰੇਤ ਤੇ ਖੜਿਆ ਸੀ ਤੇ ਇਸ ਦੇ ਪੈਰ ਜ਼ਮੀਨ ਤੇ ਧਸ ਗਏ ਸੀ, ਪਰ ਜਦੋਂ ਇਹ ਰੇਤ ਉੱਪਰ ਲੇਟ ਰਿਹਾ ਸੀ ਤੇ ਇਸ ਦਾ ਸਰੀਰ ਜ਼ਮੀਨ ਦੇ ਵਿੱਚ ਨਹੀਂ ਧਸਿਆ, ਕਿਉਂਕਿ ਦੋਨਾਂ ਕੇਸ ਦੇ ਵਿੱਚ ਕੀ ਹੈ, ਬਲ ਤਾਂ ਬਰਾਬਰ ਲੱਗ ਰਿਹਾ। ਦੋਨਾਂ ਕੇਸਾਂ ਦੇ ਵਿੱਚ ਜਿਹੜਾ ਬਲ ਲੱਗ ਰਿਹਾ ਉਹ ਤਾਂ ਬਰਾਬਰ ਲੱਗ ਰਿਹਾ, ਪਰ ਉਸ ਦਾ ਜਿਹੜਾ ਪ੍ਰਭਾਵ ਹੈ, ਜਿਹੜਾ ਦਬਾਅ ਹੈ, ਉਹ ਵੱਖਰਾ ਵੱਖਰਾ ਹੈ। ਜੇਕਰ ਅਸੀਂ ਸੇਮ ਇੱਕੋ ਵਰਗਾ ਬਲ ਘੱਟ ਖੇਤਰਫਲ ਤੇ ਲਗਾਵਾਂਗੇ ਤੇ ਦਾਬ ਜ਼ਿਆਦਾ ਪੈਦਾ ਹੋਏਗਾ, ਅਤੇ ਜੇਕਰ ਅਸੀਂ ਉਹੀ ਬਲ ਵੱਧ ਖੇਤਰਫਲ ਤੇ ਲਗਾਵਾਂਗੇ ਤੇ ਦਾਬ ਘੱਟ ਪੈਦਾ ਹੋਏਗਾ। ਇਹੀ ਕਾਰਨ ਹੈ ਕਿ ਕਿੱਲ ਦਾ ਇੱਕ ਸਿਰਾ ਤਿੱਖਾ ਹੁੰਦਾ ਹੈ। ਜਿਹੜੀ ਕਿੱਲ ਹੁੰਦੀ ਹੈ, ਲੋਹੇ ਦੀ ਕਿੱਲ, ਇਸ ਦਾ ਇੱਕ ਸਿਰਾ ਤਿੱਖਾ ਇਸ ਕਰਕੇ ਕੀਤਾ ਜਾਂਦਾ ਹੈ ਕਿਉਂਕਿ ਜਿਹੜਾ ਸਿਰਾ ਲੱਕੜ ਦੇ ਸੰਪਰਕ 'ਚ ਆਏਗਾ, ਮੰਨ ਲਓ ਆਪਾਂ ਇਹ ਕਿੱਲ ਹੈ ਸਾਡੇ ਕੋਲ, ਹੁਣ ਇਸ ਦਾ ਇੱਕ ਸਿਰਾ ਇਸ ਕਰਕੇ ਤਿੱਖਾ ਕੀਤਾ ਜਾਂਦਾ ਹੈ ਕਿਉਂਕਿ ਜਿਹੜਾ ਸਿਰਾ ਲੱਕੜ ਦੇ ਸੰਪਰਕ 'ਚ ਆਏਗਾ ਉਸ ਦਾ ਖੇਤਰਫਲ ਘੱਟ ਹੋਵੇ। ਜਿੰਨਾ ਖੇਤਰਫਲ ਘੱਟ ਹੋਏਗਾ ਦਬਾਅ ਜ਼ਿਆਦਾ ਪੈਦਾ ਹੋਏਗਾ, ਜਿਸ ਕਾਰਨ ਇਹ ਆਸਾਨੀ ਨਾਲ ਲੱਕੜ 'ਚ ਧਸ ਸਕਦੀ ਹੈ। ਅਤੇ ਦੂਸਰੇ ਪਾਸੇ ਚਾਕੂ ਦੀ ਧਾਰ ਤੇਜ਼ ਹੁੰਦੀ ਹੈ ਅਤੇ ਇਮਾਰਤ ਦੀ ਨੀਂਹ ਚੌੜੀ ਹੁੰਦੀ ਹੈ। ਜਿਹੜੀ ਇਮਾਰਤਾਂ ਅਸੀਂ ਆਪਣੇ ਘਰ ਬਣਾਉਂਦੇ ਹਾਂ, ਇਹਨਾਂ ਦੇ ਨੀਹਾਂ ਚੌੜੀਆਂ ਰੱਖੀਆਂ ਜਾਂਦੀਆਂ ਨੇ, ਕਿਉਂਕਿ ਜਿੰਨੀ ਜ਼ਿਆਦਾ ਨੀਂਹ ਚੌੜੀ ਹੋਏਗੀ ਤੇ ਉਸ ਦਾ ਜ਼ਮੀਨ ਦੇ ਨਾਲ ਖੇਤਰਫਲ, ਜਿਹੜਾ ਸੰਪਰਕ ਖੇਤਰਫਲ ਹੈ, ਉਹ ਵੱਧ ਹੋਏਗਾ, ਜਿਸ ਕਾਰਨ ਜਿਹੜੀ ਬਿਲਡਿੰਗ ਦਾ ਜਿਹੜਾ ਭਾਰ ਦਾ ਜਿਹੜਾ ਦਬਾਅ ਪੈਦਾ ਹੋਏਗਾ ਉਹ ਬਹੁਤ ਘੱਟ ਪੈਦਾ ਹੋਏਗਾ, ਜਿਸ ਨਾਲ ਜ਼ਮੀਨ ਦੀਆਂ ਇਮਾਰਤ ਦੀਆਂ ਨੀਹਾਂ ਜ਼ਮੀਨ ਵਿੱਚ ਨਹੀਂ ਧਸਦੀਆਂ। ਇਸੇ ਤਰ੍ਹਾਂ ਹੀ ਜਿਹੜੇ ਟਾਇਰ ਹੁੰਦੇ ਨੇ ਗੱਡੀਆਂ ਦੇ, ਇਹ ਚੌੜੇ ਬਣਾਏ ਜਾਂਦੇ ਨੇ ਤਾਂ ਜੋ ਵੱਧ ਖੇਤਰਫਲ ਪ੍ਰਾਪਤ ਕੀਤਾ ਜਾ ਸਕੇ ਅਤੇ ਦਬਾਅ ਘੱਟ ਪੈਦਾ ਹੋਏ। ਦੂਸਰੇ ਪਾਸੇ ਜਿਵੇਂ ਕਿ ਤੁਸੀਂ ਟੈਂਕ ਜਿਹੜੇ ਹੁੰਦੇ ਨੇ ਜਾਂ ਕ੍ਰੇਨਸ ਨੇ, ਉਹ ਇੱਕ ਚੈਨ ਦੇ ਉੱਪਰ ਚੱਲਦੀਆਂ ਨੇ, ਤੇ ਚੈਨ ਜਿਹੜੀ ਹੁੰਦੀ ਹੈ ਉਹ ਜ਼ਮੀਨ ਵਿੱਚ ਨਹੀਂ ਧਸਦੀ ਕਿਉਂਕਿ ਉਹ ਟਾਇਰਾਂ ਨੂੰ ਵੱਧ ਖੇਤਰਫਲ ਪ੍ਰਦਾਨ ਕਰਦੀ ਹੈ। ਇਸੇ ਤਰ੍ਹਾਂ ਅਸੀਂ ਕਿਸੇ ਵੀ ਬਲ ਦੁਆਰਾ ਪੈਦਾ ਹੋ ਰਹੇ ਦਬਾਅ ਨੂੰ ਘਟਾ ਵੀ ਸਕਦੇ ਹਾਂ ਅਤੇ ਵਧਾ ਵੀ ਸਕਦੇ ਹਾਂ। ਉਹ ਕਿਸ ਤਰ੍ਹਾਂ? ਆਪਾਂ ਨੂੰ ਪਤਾ ਹੈ ਕਿ ਜਿਹੜਾ ਬਲ ਦਬਾਅ ਹੈਗਾ ਉਹ ਬਰਾਬਰ ਹੈ F/A। ਜੇਕਰ ਅਸੀਂ ਬਲ ਨੂੰ ਇੱਕ ਨਿਸ਼ਚਿਤ ਰੱਖਦੇ ਹਾਂ, F ਨੂੰ ਕਾਂਸਟੈਂਟ ਰੱਖਦੇ ਹਾਂ, ਤੇ ਅਸੀਂ A ਦੀ ਜਿਹੜੇ ਮੁੱਲ ਨੂੰ ਵਧਾ ਘਟਾ ਕੇ ਅਸੀਂ ਬਲ ਨੂੰ ਵੀ ਵਧਾ ਘਟਾ ਸਕਦੇ ਹਾਂ। ਜੇਕਰ ਅਸੀਂ A ਵਧਾਵਾਂਗੇ, ਜੇਕਰ A ਨੂੰ ਅਸੀਂ ਵਧਾਵਾਂਗੇ ਤੇ ਜਿਹੜਾ P ਹੈ ਇਹ ਘਟ ਜਾਏਗਾ, ਕਿਉਂਕਿ ਇਹ ਦੋਨੇ ਇੱਕ ਦੂਜੇ ਦੇ ਕੀ ਨੇ? ਉਲਟ ਅਨੁਪਾਤੀ। ਹੁਣ ਅਸੀਂ ਦਰਵਾਂ ਵਿੱਚ ਦਬਾਅ ਪੜ੍ਹਦੇ ਹਾਂ। ਸਾਰੇ ਦਰਵ ਜਾਂ ਗੈਸਾਂ ਤਰਲ ਹਨ। ਠੋਸ ਆਪਣੇ ਭਾਰ ਕਰਕੇ ਕਿਸੇ ਇੱਕ ਸਤ੍ਹਾ ਦੇ ਦਬਾਅ ਪਾਉਂਦਾ ਹੈ। ਇਸੇ ਤਰ੍ਹਾਂ ਦਰਵਾਂ ਦਾ ਵੀ ਭਾਰ ਹੁੰਦਾ ਹੈ ਅਤੇ ਜਿਹੜੇ ਭਾਂਡੇ ਵਿੱਚ ਰੱਖੇ ਜਾਂਦੇ ਹਨ ਉਸ ਦੇ ਆਧਾਰ ਅਤੇ ਕੰਧਾਂ ਤੇ ਦਬਾਅ ਲਗਾਉਂਦੇ ਹਨ। ਕਿਸੇ ਸੀਮਤ ਪੁੰਜ ਵਾਲੇ ਦਰਵ ਤੇ ਲੱਗਿਆ ਦਬਾਅ ਬਿਨਾਂ ਕਿਸੇ ਤਬਦੀਲੀਆਂ ਦੇ ਸਾਰੀਆਂ ਦਿਸ਼ਾਵਾਂ ਵਿੱਚ ਫੈਲ ਜਾਂਦਾ ਹੈ। ਪਿਆਰੇ ਬੱਚੇ, ਅਸੀਂ ਜਿਸ ਬਰਤਨ ਦੇ ਵਿੱਚ ਵੀ ਦਰਵ ਰੱਖਦੇ ਹਾਂ ਉਹ ਦਰਵ ਉਸ ਬਰਤਨ ਦੀਆਂ ਸਾਰੀਆਂ ਕੰਧਾਂ ਤੇ ਬਰਾਬਰ ਦਬਾਅ ਲਗਾਉਂਦੇ ਨੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਦੋਂ ਅਸੀਂ ਕਿਸੇ ਗੁਬਾਰੇ ਦੇ ਵਿੱਚ ਦਰਵ ਭਰਦੇ ਹਾਂ ਤਾਂ ਕੀ ਹੁੰਦਾ ਹੈ? ਗੁਬਾਰੇ ਵਿੱਚ ਦਰਵ ਭਰਨ ਨਾਲ ਗੁਬਾਰਾ ਫੁੱਲ ਜਾਂਦਾ ਹੈ। ਉਹ ਸਾਰੀਆਂ ਦਿਸ਼ਾਵਾਂ 'ਚੋਂ ਬਰਾਬਰ ਫੁੱਲਦਾ ਹੈ। ਕਿਉਂ? ਕਿਉਂਕਿ ਸਾਰੀ ਦਿਸ਼ਾਵਾਂ ਤੇ ਬਰਾਬਰ ਹੀ ਦਾਬ ਲੱਗਦਾ ਹੈ। ਹੁਣ ਅਸੀਂ ਇੱਕ ਹੋਰ ਕਿਰਿਆ ਰਾਹੀਂ ਦੇਖਦੇ ਹਾਂ। ਜਿਵੇਂ ਕਿ ਤੁਸੀਂ ਇਹ ਦੇਖ ਰਹੇ ਹੋ, ਇਹ ਸਾਡੇ ਕੋਲ ਇੱਕ ਭਾਰ ਤੋਲਣ ਵਾਲੀ ਤੁਲਾ ਹੈ। ਇਸ ਦੀ ਸਹਾਇਤਾ ਨਾਲ ਅਸੀਂ ਵਸਤੂਆਂ ਦਾ ਭਾਰ ਤੋਲ ਸਕਦੇ ਹਾਂ। ਇਹ 1 kg ਦਾ ਨਿਸ਼ਾਨ ਹੈ, ਪਹਿਲਾ 1 ਕਿਲੋ, ਇਹ ਦੂਸਰਾ 2 ਕਿਲੋ, ਇਹ 3 ਕਿਲੋ, ਇਹ 4 kg, ਇਹ 5 kg,
इसी तरह 6 7 8 9 ਇਹ ਜਿੰਨਾ ਕਿਸੇ ਵਸਤੂ ਦਾ ਭਾਰ ਹੋਏਗਾ, ਜਿਵੇਂ ਜਿਵੇਂ ਭਾਰ ਘੱਟ ਹੋਏਗਾ ਤਾਂ ਅਸੀਂ ਇਸ ਪੁੰਜ ਨੂੰ ਓਨਾ ਹੀ ਇਸ ਤੁਲਾ ਦੇ ਨਜ਼ਦੀਕ ਲੈ ਜਾਵਾਂਗੇ। ਜੇਕਰ ਇਹ ਪੁੰਜ ਇਸ ਜਗ੍ਹਾ ਤੇ ਹੋਏਗਾ ਤਾਂ ਵਸਤੂ ਦਾ ਭਾਰ ਕਿੰਨਾ ਹੋਏਗਾ 1 kg। ਇਹ ਇਸ ਤੁਲਾ ਨੂੰ ਸਿੱਧਾ ਰੱਖਣ ਵਿੱਚ ਸਹਾਇਤਾ ਕਰਦਾ ਹੈ। ਹੁਣ ਇਸ ਪੁੰਜ ਨੂੰ ਅਸੀਂ ਜਦੋਂ ਹਵਾ ਵਿੱਚ ਇਸ ਦਾ ਭਾਰ ਤੋਲਦੇ ਹਾਂ ਤਾਂ ਇਸ ਦਾ ਭਾਰ ਸਾਡੇ ਕੋਲ ਆ ਰਿਹਾ 9 ਕਿਲੋਗ੍ਰਾਮ, ਜਾਂ ਫਿਰ ਅਸੀਂ ਆਮ ਕਰਕੇ ਭਾਰ ਨੂੰ ਕਿਲੋਗ੍ਰਾਮਾਂ 'ਚ ਲਿਖਦੇ ਹਾਂ ਆਮ ਭਾਸ਼ਾ ਵਿੱਚ, ਪਰ ਅਸਲ ਵਿੱਚ ਭਾਰ ਦੀ ਇਕਾਈ ਨਿਊਟਨ ਹੈ। ਇਸ ਦਾ ਭਾਰ ਕਿੰਨਾ ਆ ਰਿਹਾ 9 ਕਿਲੋਗ੍ਰਾਮ ਪੁੰਜ ਦੇ ਬਰਾਬਰ ਜਿੰਨਾ ਭਾਰ ਹੁੰਦਾ ਹੈ ਉਹਨਾਂ ਭਾਰ ਇਹਦਾ ਆ ਰਿਹਾ। ਇਸੇ ਤਰ੍ਹਾਂ ਜਦੋਂ ਅਸੀਂ ਇਸ ਵਸਤੂ ਨੂੰ ਕਿਸੇ ਪਾਣੀ ਦੇ ਟੱਬ ਦੇ ਵਿੱਚ ਰੱਖ ਕੇ ਇਸ ਦਾ ਭਾਰ ਤੋਲਦੇ ਹਾਂ ਤਾਂ ਕੀ ਹੁੰਦਾ ਹੈ, ਸਾਨੂੰ ਇਸ ਪੁੰਜ ਨੂੰ ਇਸ ਤੁਲਾ ਦੇ ਨੇੜੇ ਲਾਉਣਾ ਪੈਂਦਾ ਹੈ। ਕਿਉਂ? ਕਿਉਂਕਿ ਇਸ ਵਸਤੂ ਦਾ ਭਾਰ ਪਹਿਲਾਂ ਨਾਲੋਂ ਘੱਟ ਗਿਆ। ਦੇਖੋ ਆਪਣੇ ਕੋਲ ਕਿੰਨਾ ਆ ਰਿਹਾ 1 2 3 4 5 6, ਮਤਲਬ ਕਿ 6 ਕਿਲੋਗ੍ਰਾਮ ਪੁੰਜ ਦਾ ਜਿੰਨਾ ਭਾਰ ਹੋਏਗਾ ਉਹਨਾਂ ਭਾਰ ਹੀ ਇਸ ਵਸਤੂ ਦਾ ਆ ਰਿਹਾ। ਹੁਣ ਧਰਤੀ ਤਾਂ ਇਸ ਵਸਤੂ ਨੂੰ ਨੀਚੇ ਨੂੰ ਆਪਣੇ ਵਾਲੇ ਪਾਸੇ ਖਿੱਚ ਰਹੀ, ਪਰ ਫਿਰ ਇਸ ਦਾ ਭਾਰ ਕਿਉਂ ਘਟਿਆ? ਕਿਉਂਕਿ ਧਰਤੀ ਦਾ ਜਿੰਨਾ ਬਲ ਲਗਾ ਰਹੀ ਸੀ ਉਹਨਾਂ ਲਗਾ ਰਹੀ ਹੈ। ਹੁਣ ਇਹ ਜਿਹੜਾ ਦਰਵ ਹੈ ਇਹ ਵਸਤੂ ਤੇ ਕੁਝ ਉੱਪਰ ਨੂੰ ਬਲ ਲਗਾ ਰਿਹਾ ਹੈ, ਜਿਸ ਨੂੰ ਥਰਸਟ ਕਹਿੰਦੇ ਨੇ। ਜਿਹੜੀ ਅਪਵਰਡ ਥਰਸਟ ਲੱਗ ਰਹੀ ਹੈ ਉਸ ਨੇ ਇਸ ਦਾ ਭਾਰ ਘਟਾ ਦਿੱਤਾ ਹੈ। ਇਸ ਕਰਕੇ ਜਿਹੜੀ ਉੱਪਰ ਨੂੰ ਲੱਗ ਰਿਹਾ ਜਿਹੜਾ ਬਲ ਹੈ ਕਿਸੇ ਵਸਤੂ ਦਾ ਦਰਵ ਦੇ ਵਿੱਚ ਜਿਹੜਾ ਉੱਪਰ ਨੂੰ ਬਲ ਲੱਗਦਾ ਹੈ ਉਸ ਨੂੰ ਉਛਾਲ ਬਲ ਕਿਹਾ ਜਾਂਦਾ ਹੈ। ਪਿਆਰੇ ਬੱਚੇ, ਇਹ ਹਮੇਸ਼ਾ ਯਾਦ ਰੱਖਣਾ ਹੈ ਕਿ ਜਦੋਂ ਵੀ ਕਿਸੇ ਵਸਤੂ ਨੂੰ ਅਸੀਂ ਪਾਣੀ ਦੇ ਵਿੱਚ ਰੱਖਦੇ ਹਾਂ ਤੇ ਉਸ ਉੱਪਰ ਇੱਕ ਉੱਪਰ ਨੂੰ ਬਲ ਲੱਗਦਾ ਹੈ ਜਿਸ ਨੂੰ ਉਛਾਲ ਬਲ ਕਹਿੰਦੇ ਹਨ। ਇਸ ਬਲ ਕਾਰਨ ਹੀ ਵਸਤੂਆਂ ਪਾਣੀ ਉੱਪਰ ਤੈਰਦੀਆਂ ਨੇ। ਤੁਸੀਂ ਜਾਣਦੇ ਹੋਗੇ ਕਿ ਕੁਝ ਵਸਤੂਆਂ ਪਾਣੀ ਦੇ ਉੱਪਰ ਤੈਰਦੀਆਂ ਨੇ ਤੇ ਕੁਝ ਡੁੱਬ ਜਾਂਦੀਆਂ ਨੇ। ਉਹ ਅਸੀਂ ਘਣਤਾ ਦੇ ਆਧਾਰ ਤੇ ਉਹਨਾਂ ਵਸਤੂਆਂ ਨੂੰ ਡਿਫਾਈਨ ਕਰ ਸਕਦੇ ਹਾਂ। ਜਿਸ ਵਸਤੂ ਦੀ ਘਣਤਾ ਪਾਣੀ ਦੀ ਘਣਤਾ ਨਾਲੋਂ ਜ਼ਿਆਦਾ ਹੋਵੇਗੀ ਉਹ ਵਸਤੂ ਪਾਣੀ ਵਿੱਚ ਡੁੱਬ ਜਾਂਦੀ ਹੈ। ਮੰਨ ਲਓ ਆਪਣੇ ਕੋਲ ਕੋਈ ਵਸਤੂ ਹੈ, ਇਹ ਵਸਤੂ ਹੈ, ਇਹ ਵਸਤੂ ਦੀ ਜੇ ਘਣਤਾ A ਦੀ ਘਣਤਾ ਇਹ ਜ਼ਿਆਦਾ ਹੈ ਪਾਣੀ ਦੀ ਘਣਤਾ ਨਾਲੋਂ, ਤੇ ਇਹ ਵਸਤੂ ਪਾਣੀ ਵਿੱਚ ਡੁੱਬ ਜਾਏਗੀ। ਜੇਕਰ ਕਿਸੇ ਵਸਤੂ ਦੀ ਘਣਤਾ ਮੰਨ ਲਓ ਕੋਈ B ਵਸਤੂ ਹੈ, ਇਸ ਦੀ ਘਣਤਾ ਪਾਣੀ ਦੀ ਘਣਤਾ ਨਾਲੋਂ ਘੱਟ ਹੈ, ਪਾਣੀ ਦੀ ਘਣਤਾ ਮਤਲਬ ਵਸਤੂ B ਦੀ ਵਸਤੂ ਦੀ ਘਣਤਾ ਘੱਟ ਹੈ, ਪਾਣੀ ਦੀ ਘਣਤਾ ਜ਼ਿਆਦਾ ਹੈ ਤੇ ਇਹ ਵਸਤੂ ਪਾਣੀ ਦੇ ਉੱਪਰ ਤੈਰੇਗੀ। ਪਿਆਰੇ ਬੱਚਿਓ, ਹੁਣ ਅਸੀਂ ਇਹ ਜਾਣਦੇ ਹਾਂ ਕਿ ਜਦੋਂ ਕਿਸੇ ਵਸਤੂ ਨੂੰ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਜਾਂ ਅੰਸ਼ਿਕ ਤੌਰ ਤੇ ਡੁਬੋਇਆ ਜਾਂਦਾ ਹੈ ਤੇ ਉਸ ਦੇ ਉੱਪਰ ਕਿੰਨਾ ਬਲ ਉੱਪਰ ਨੂੰ ਲੱਗਦਾ ਹੈ। ਇਸ ਨੂੰ ਆਰਕੀਮੀਡੀਜ਼ ਦੁਆਰਾ ਵਿਆਖਿਤ ਕੀਤਾ ਗਿਆ ਅਤੇ ਇਸ ਕਰਕੇ ਇਸ ਨੂੰ ਆਰਕੀਮੀਡੀਜ਼ ਦਾ ਸਿਧਾਂਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸਿਧਾਂਤ ਦੇ ਅਨੁਸਾਰ ਜਦੋਂ ਕਿਸੇ ਵਸਤੂ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਿਕ ਤੌਰ ਤੇ ਕਿਸੇ ਦਰਵ ਵਿੱਚ ਡੋਬਿਆ ਜਾਂਦਾ ਹੈ ਤਾਂ ਉਸ ਦੁਆਰਾ ਉੱਪਰ ਵੱਲ ਮਹਿਸੂਸ ਕੀਤਾ ਬਲ ਵਸਤੂ ਦੁਆਰਾ ਵਿਸਥਾਪਿਤ ਦਰਵ ਦੇ ਭਾਰ ਦੇ ਬਰਾਬਰ ਹੁੰਦਾ ਹੈ। ਪਿਆਰੇ ਬੱਚਿਓ, ਇਸ ਨੂੰ ਅਸੀਂ ਇੱਕ ਐਕਟੀਵਿਟੀ ਦੁਆਰਾ ਸਮਝਦੇ ਹਾਂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਅਸੀਂ ਇੱਕ ਵਸਤੂ ਲਈਏ ਜਿਸ ਦਾ ਹਵਾ ਦੇ ਵਿੱਚ ਭਾਰ ਹੈਗਾ 4 ਨਿਊਟਨ ਅਤੇ ਇਸ ਨੂੰ ਅਸੀਂ ਯੂਰੇਕਾ ਕੈਨ ਦੇ ਵਿੱਚ ਦਰਵ ਲਿਆ ਤੇ ਇਸ ਦੇ ਵਿੱਚ ਡੁਬੋਵਾਂਗੇ। ਹੁਣ ਯੂਰੇਕਾ ਕੈਨ ਇੱਕ ਜਿਹਾ ਬੀਕਰ ਹੁੰਦਾ ਹੈ ਜਾਂ ਫਿਰ ਕਹਿ ਸਕਦੇ ਹੋ ਓਵਰਫਲੋ ਜਾਰ ਹੈ। ਜਦੋਂ ਵੀ ਇਸ ਦਾ ਜਿਹੜਾ ਪਾਣੀ ਦਾ ਲੈਵਲ ਇਸ ਦੀ ਜਿਹੜੀ ਪੀਕ ਹੈ ਇਸ ਤੋਂ ਉੱਪਰ ਜਾਏਗਾ, ਇਸ ਦੀ ਜਿਹੜੀ B ਹੈ B ਤੋਂ ਉੱਪਰ ਜਦੋਂ ਹੀ ਜਾਵੇਗਾ ਤੇ ਓਵਰਫਲੋ ਕਰਕੇ ਇਹ ਨੀਚੇ ਇਸ ਬਰਤਨ ਦੇ ਵਿੱਚ ਆ ਜਾਏਗਾ। ਹੁਣ ਜਿਵੇਂ ਹੀ ਇਸ ਨੂੰ ਵਿੱਚ ਡੁਬੋਇਆ ਜਾਂਦਾ ਹੈ ਤੇ ਇਸ ਦਾ ਭਾਰ ਦੇ ਵਿੱਚ ਕਮੀ ਆ ਜਾਂਦੀ ਹੈ ਤੇ ਇਸ ਦਾ ਭਾਰ ਕਿੰਨਾ ਰਹਿ ਜਾਂਦਾ ਹੈ 1 ਨਿਊਟਨ। ਪਰ ਇਸ ਦਾ ਜਿਹੜਾ ਭਾਰ ਸੀ ਉਹ ਕਿੰਨਾ ਸੀ ਪਹਿਲਾਂ ਹਵਾ ਦੇ ਵਿੱਚ 4 ਨਿਊਟਨ, ਕਿਉਂਕਿ ਜਿਹੜੀ ਧਰਤੀ ਸੀ ਇਸ ਨੂੰ ਆਪਣੇ ਵਾਲੇ ਪਾਸੇ ਇੱਕ ਬਲ ਨਾਲ ਖਿੱਚ ਰਹੀ ਸੀ ਤੇ ਉਹ ਬਲ ਕਿੰਨਾ ਸੀ 4 ਨਿਊਟਨ। ਹੁਣ ਧਰਤੀ ਤਾਂ ਲਗਾਤਾਰ ਇਸ ਨੂੰ 4 ਨਿਊਟਨ ਬਲ ਦੇ ਨਾਲ ਉੱਪਰ ਨੂੰ ਖਿੱਚ ਰਹੀ ਹੈ, ਪਰ ਇਸ ਦਾ ਜਿਹੜਾ ਭਾਰ ਹੈ ਉਹ 1 ਨਿਊਟਨ ਰਹਿ ਗਿਆ। ਅਜਿਹਾ ਕਿਉਂ ਹੁੰਦਾ ਹੈ? ਕਿਉਂਕਿ ਇਸ ਦੇ ਉੱਪਰ ਇੱਕ ਬਲ ਉੱਪਰ ਨੂੰ ਕਿਰਿਆ ਕਰ ਰਿਹਾ। ਉਹ ਬਲ ਕਿੰਨਾ ਕਿਰਿਆ ਕਰ ਰਿਹਾ ਹੈ? ਪਿਆਰੇ ਬੱਚਿਓ, ਜਿੰਨਾ ਇਸ ਵਸਤੂ ਨੇ ਜਗ੍ਹਾ ਘੇਰੀ ਹੈ ਇਸ ਜਗ੍ਹਾ ਤੋਂ ਓਨਾ ਪਾਣੀ ਬਾਹਰ ਹੋ ਗਿਆ। ਮਤਲਬ ਕਿ ਇਸ ਜਗ੍ਹਾ ਤੇ ਜਿਹੜਾ ਪਾਣੀ ਸੀ
उस इस वस्तु ने की कर दिता है विस्थापित, ਤੇ ਉਸ ਪਾਣੀ ਦਾ ਕੀ ਨਿਕਾਲ ਲਿਆ ਗਿਆ ਭਾਰ। ਉਸ ਪਾਣੀ ਦਾ ਭਾਰ ਕਿੰਨਾ ਹੈ 3 ਨਿਊਟਨ। ਹੁਣ ਇਸ ਦੇ ਭਾਰ ਵਿੱਚ ਕਿੰਨੀ ਕਮੀ ਆਈ ਹੈ 3 ਨਿਊਟਨ। ਇਹ ਆਰਕੀਮੀਡੀਜ਼ ਦਾ ਸਿਧਾਂਤ ਸੀ ਕਿ ਜਦੋਂ ਵੀ ਕਿਸੇ ਵਸਤੂ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਿਕ ਤੌਰ ਤੇ ਕਿਸੇ ਦਰਵ ਵਿੱਚ ਡੁਬੋਇਆ ਜਾਂਦਾ ਹੈ ਤੇ ਉਸ ਦੇ ਭਾਰ ਦੇ ਵਿੱਚ ਉਨੀ ਹੀ ਕਮੀ ਆਉਂਦੀ ਹੈ ਜਾਂ ਫਿਰ ਉਸ ਦੇ ਉੱਪਰ ਵੱਲ ਨੂੰ ਲੱਗਿਆ ਬਲ ਕਿਸ ਦੇ ਬਰਾਬਰ ਹੁੰਦਾ ਹੈ ਜਿੰਨਾ ਪਾਣੀ ਦਾ ਭਾਰ ਹੁੰਦਾ ਹੈ। ਜਿਹੜਾ ਪਾਣੀ ਇਹ ਵਸਤੂ ਵਿਸਥਾਪਿਤ ਕਰੇਗੀ ਤੇ ਉਨਾ ਹੀ ਪਾਣੀ ਬਾਹਰ ਚਲਾ ਜਾਏਗਾ। ਜਿਵੇਂ ਕਿ ਮੰਨ ਲਓ ਸਾਡੇ ਕੋਲ ਇੱਕ ਦਰਵ ਹੈ, ਇਸ ਦਰਵ ਦੇ ਵਿੱਚ ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਡੁਬੋਉਂਦੇ ਹਾਂ, ਕੋਈ ਵਸਤੂਆਂ ਪੂਰੀ ਤਰ੍ਹਾਂ ਡੁੱਬਦੀਆਂ ਨੇ, ਕੁਝ ਅੰਸ਼ਿਕ ਤੌਰ ਤੇ, ਜਿਵੇਂ ਕਿ ਇੱਕ ਜਿਹੜਾ ਜਹਾਜ਼ ਹੁੰਦਾ ਹੈ ਉਹ ਅੰਸ਼ਿਕ ਤੌਰ ਤੇ ਪਾਣੀ ਵਿੱਚ ਡੁੱਬਿਆ ਰਹਿੰਦਾ ਹੈ। ਹੁਣ ਇਸ ਜਗ੍ਹਾ ਤੋਂ ਪਾਣੀ ਵਿਸਥਾਪਿਤ ਹੋ ਚੁੱਕੇ। ਹੁਣ ਇਸ ਜਗ੍ਹਾ ਤੋਂ ਜਿੰਨਾ ਪਾਣੀ ਵਿਸਥਾਪਿਤ ਹੋਏਗਾ ਉਸ ਪਾਣੀ ਦਾ ਭਾਰ ਜੇਕਰ ਇਸ ਪੂਰੇ ਸ਼ਿਪ ਦੇ ਭਾਰ ਦੇ ਬਰਾਬਰ ਹੈ ਤੇ ਇਹ ਸ਼ਿਪ ਇੰਨਾ ਡੁੱਬ ਕੇ ਤੈਰਦਾ ਰਹੇਗਾ। ਪਿਆਰੇ ਬੱਚੋ ਦੁਬਾਰਾ ਮੈਂ ਰਿਪੀਟ ਕਰ ਰਿਹਾ ਕਿ ਇਹ ਜਿੰਨਾ ਜਗ੍ਹਾ ਤੇ ਇਹ ਸ਼ਿਪ ਪਾਣੀ ਦੇ ਵਿੱਚ ਪੂਰੀ ਤਰ੍ਹਾਂ, ਜਿਵੇਂ ਇੱਕ ਹੋਰ ਡਾਇਗਰਾਮ ਲੈ ਲੈਂਦੇ, ਮੰਨ ਲਓ ਆਪਣੇ ਕੋਲ ਇਹ ਦਰਵ ਹੈ, ਇਹ ਇੱਕ ਬਲੌਕ ਲੈ ਲੈਂਦੇ ਅਸੀਂ, ਇਹ ਬਲੌਕ ਹੈ, ਇਹ ਪੂਰੀ ਤਰ੍ਹਾਂ ਨਹੀਂ ਅੰਸ਼ਿਕ ਤੌਰ ਤੇ ਡੁੱਬ ਕੇ ਤੈਰ ਰਿਹਾ ਹੈ, ਪਰ ਇਸ ਨੇ ਪਾਣੀ ਕਿੰਨਾ ਵਿਸਥਾਪਿਤ ਕੀਤਾ ਹੈ ਸਿਰਫ ਇਸ ਹਿੱਸੇ ਵਾਲਾ ਪਾਣੀ ਹੀ ਵਿਸਥਾਪਿਤ ਕੀਤਾ ਹੈ। ਹੁਣ ਕੀ ਹੋਇਆ, ਇਸ ਜਿਹੜਾ ਇਹ ਬਲੌਕ ਹੈ ਇਸ ਦਾ ਜਿਹੜਾ ਪੁੰਜ ਹੈ ਇਸ ਦਾ ਜਿਹੜਾ ਭਾਰ ਹੈ ਉਹ ਕਿੰਦੇ ਬਰਾਬਰ ਹੋ ਗਿਆ ਇਸ ਦੁਆਰਾ ਵਿਸਥਾਪਿਤ ਕੀਤੇ ਪਾਣੀ ਦੇ ਬਰਾਬਰ ਹੋ ਗਏ। ਉਹ ਨੀਚੇ ਨੂੰ ਲੱਗਣ ਵਾਲਾ ਬਲ ਤੇ ਉੱਪਰ ਨੂੰ ਲੱਗਣ ਵਾਲਾ ਬਲ ਦੋਨੇ ਕੀ ਨੇ ਬਰਾਬਰ, ਤੇ ਇਸ ਕਰਕੇ ਇਹ ਵਸਤੂ ਲਗਾਤਾਰ ਇਸ ਜਗ੍ਹਾ ਤੇ ਤੈਰਦੀ ਰਹੇਗੀ। ਹੁਣ ਮੰਨ ਲਓ ਇਸ ਵਸਤੂ ਦਾ ਭਾਰ ਹੈਗਾ 10 ਨਿਊਟਨ, ਧਰਤੀ 10 ਨਿਊਟਨ ਬਲ ਨਾਲ ਨੀਚੇ ਨੂੰ ਖਿੱਚ ਰਹੀ ਹੈ। ਜੇਕਰ ਇਸ ਦੁਆਰਾ ਵਿਸਥਾਪਿਤ ਕੀਤੇ ਪਾਣੀ ਦਾ ਭਾਰ ਵੀ 10 ਨਿਊਟਨ ਹੈ ਤੇ ਉੱਪਰੋਂ ਕਿੰਨਾ ਬਲ ਲੱਗ ਰਿਹਾ ਹੈ 10 ਨਿਊਟਨ, ਇਸ ਕਰਕੇ ਵਸਤੂ ਇਸੇ ਜਗ੍ਹਾ ਤੇ ਬਣੀ ਰਹੇਗੀ ਅਤੇ ਇੰਨੀ ਹੀ ਡੁੱਬ ਕੇ ਤੈਰਦੀ ਰਹੇਗੀ। ਜਿਵੇਂ ਹੀ ਇਸ ਦਾ ਭਾਰ ਵੱਧਦਾ ਹੈ ਉਹ ਵਧਣ ਨਾਲ ਕੀ ਹੋਏਗਾ, ਇਹ ਹੋਰ ਥੱਲੇ ਡੁੱਬ ਜਾਏਗੀ। ਪਿਆਰੇ ਬੱਚੇ ਹਮੇਸ਼ਾ ਤੁਸੀਂ ਯਾਦ ਰੱਖਣਾ ਹੈ ਕਿ ਵਸਤੂ ਦੁਆਰਾ ਵਿਸਥਾਪਿਤ ਕੀਤੇ ਪਾਣੀ ਦੇ ਭਾਰ ਜਿੰਨਾ ਹੀ ਵਸਤੂ ਉੱਪਰ ਉਛਾਲ ਬਲ ਲੱਗਦਾ ਹੈ। ਜਿਵੇਂ ਕਿ ਤੁਸੀਂ ਚਿੱਤਰ ਦੇਖ ਰਹੇ ਹੋ ਕਿ ਇੱਕ ਸਮੁੰਦਰੀ ਜਹਾਜ਼ ਪਾਣੀ ਦੇ ਉੱਪਰ ਤੈਰ ਰਿਹਾ ਹੈ। ਹੁਣ ਇਸ ਜਹਾਜ਼ ਦੁਆਰਾ ਇਸ ਏਰੀਏ ਦਾ ਇਹ ਜਿੰਨਾ ਆਇਤਨ ਮੈਂ ਡਰਾ ਕਰ ਰਿਹਾ, ਇਸ ਆਇਤਨ ਤੇ ਜਿੰਨਾ ਵੀ ਪਾਣੀ ਸੀ ਉਸ ਨੂੰ ਵਿਸਥਾਪਿਤ ਕਰ ਦਿੱਤਾ ਹੈ। ਹੁਣ ਇਸ ਜਿੰਨਾ ਵੀ ਇਸ ਨੇ ਪਾਣੀ ਵਿਸਥਾਪਿਤ ਕੀਤਾ ਹੈ ਉਸ ਪਾਣੀ ਦੇ ਭਾਰ ਜਿੰਨਾ ਹੀ ਇਸ ਉੱਪਰ ਨੂੰ ਉਛਾਲ ਬਲ ਲੱਗ ਰਿਹਾ। ਹੁਣ ਇਸ ਉੱਪਰ ਜਿਹੜਾ ਉੱਪਰ ਨੂੰ ਉਛਾਲ ਬਲ ਲੱਗ ਰਿਹਾ ਉਹ ਕਿੰਨਾ ਲੱਗ ਰਿਹਾ, ਵਿਸਥਾਪਿਤ ਕੀਤੇ ਪਾਣੀ ਦੇ ਭਾਰ ਦੇ ਬਰਾਬਰ। ਹੁਣ ਇਹ ਵਸਤੂ ਤੈਰ ਕਿਉਂ ਰਹੀ ਹੈ, ਉਸ ਦਾ ਕਾਰਨ ਕੀ ਹੈ ਕਿ ਇਸ ਵਸਤੂ ਜਾਂ ਇਸ ਸਮੁੰਦਰੀ ਜਹਾਜ਼ ਦਾ ਜਿਹੜਾ ਭਾਰ ਹੈ, ਜਿਹੜਾ ਇਸ ਸਮੁੰਦਰੀ ਜਹਾਜ਼ ਦਾ ਭਾਰ ਹੈ ਉਹ ਕਿੰਦੇ ਬਰਾਬਰ ਹੈ, ਵਿਸਥਾਪਿਤ ਕੀਤੇ ਪਾਣੀ ਦੇ ਭਾਰ ਦੇ ਬਰਾਬਰ। ਜਦੋਂ ਵੀ ਇਹ ਜਿਸ ਜਗ੍ਹਾ ਤੇ ਬਰਾਬਰ ਹੋਣਗੇ ਉਸ ਉਨੀ ਵਸਤੂ ਡੁੱਬ ਕੇ ਤੈਰਨਾ ਸ਼ੁਰੂ ਕਰ ਦਿੰਦੀ ਹੁੰਦੀ ਹੈ। ਆਓ ਹੁਣ ਅਸੀਂ ਸੰਪੇਖ ਘਣਤਾ ਬਾਰੇ ਜਾਣਦੇ ਹਾਂ। ਪਿਆਰੇ ਬੱਚੇ ਸੰਪੇਖ ਘਣਤਾ ਵੀ ਇੱਕ ਬਹੁਤ ਹੀ ਵਧੀਆ ਇਕਾਈ ਹੈ ਜਿਸ ਤੋਂ ਅਸੀਂ ਕਿਸੇ ਵਸਤੂ ਦੀ ਸੰਪੇਖ ਘਣਤਾ ਰਾਹੀਂ ਦੱਸ ਸਕਦੇ ਹਾਂ ਕਿ ਵਸਤੂ ਤੈਰੇਗੀ ਜਾਂ ਡੁੱਬੇਗੀ। ਜੇਕਰ ਕਿਸੇ ਵਸਤੂ ਦੀ ਸੰਪੇਖ ਘਣਤਾ 1 ਹੈ ਤੇ ਉਹ ਵਸਤੂ ਪਾਣੀ ਦੇ ਅੰਦਰ ਡੁੱਬ ਕੇ ਤੈਰਦੀ ਹੈ। ਜੇਕਰ ਉਸ ਦੀ ਸੰਪੇਖ ਘਣਤਾ 1 ਤੋਂ ਜ਼ਿਆਦਾ ਹੈ, ਗ੍ਰੇਟਰ ਦੈਨ 1 ਹੈ, ਤੇ ਅਸੀਂ ਕਹਿ ਸਕਦੇ ਹਾਂ ਕਿ ਉਹ ਡੁੱਬ ਜਾਏਗੀ। ਜੇਕਰ ਉਸ ਦੀ ਸੰਪੇਖ ਘਣਤਾ 1 ਤੋਂ ਘੱਟ ਹੈ ਤੇ ਉਹ ਤੈਰੇਗੀ। ਪਿਆਰੇ ਬੱਚੇ ਹੁਣ ਅਸੀਂ ਜਾਣਦੇ ਹਾਂ ਕਿ ਸੰਪੇਖ ਘਣਤਾ ਹੁੰਦੀ ਕੀ ਹੈ। ਕਿਸੇ ਪਦਾਰਥ ਦੀ ਸੰਪੇਖ ਘਣਤਾ ਉਸ ਪਦਾਰਥ ਦੀ ਘਣਤਾ ਅਤੇ ਪਾਣੀ ਦੀ ਘਣਤਾ ਦਾ ਅਨੁਪਾਤ ਹੁੰਦਾ ਹੈ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸੰਪੇਖ ਘਣਤਾ ਬਰਾਬਰ ਹੋਏਗੀ ਪਦਾਰਥ ਦੀ ਘਣਤਾ ਬਟਾ ਪਾਣੀ ਦੀ ਘਣਤਾ। ਇਹ ਹੁਣ ਦੋ ਇੱਕੋ ਵਰਗੀਆਂ ਰਾਸ਼ੀਆਂ ਦਾ ਅਨੁਪਾਤ ਹੈ, ਇਸ ਕਰਕੇ ਸੰਪੇਖ ਘਣਤਾ ਦੀ ਕੋਈ ਇਕਾਈ ਨਹੀਂ ਹੁੰਦੀ। ਹਮੇਸ਼ਾ ਯਾਦ ਰੱਖਣਾ ਹੈ ਕਿ ਸੰਪੇਖ ਘਣਤਾ ਦੀ ਕੋਈ ਇਕਾਈ ਨਹੀਂ ਹੁੰਦੀ।